ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਮਹੱਲਾ ਤੀਜਾ। ਛੰਤ ਘਰ ਪਹਿਲਾ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਸ਼ਨ ਕਰਕੇ ਭਾਈ ਪਾਰੋ ਜੀ ਨੂੰ ਬ੍ਰਹਮ ਵੇਤਿਆਂ ਵਾਲੀ ਅਵਸਥਾ ਦੀ ਪ੍ਰਾਪਤੀ ਹੋਈ। ਜਦੋਂ ਭਾਈ ਪਾਰੋ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹੇ ਤਾਂ ਇੱਕ ਦਿਨ ਬ੍ਰਹਮ ਚਰਚਾ ਹੋਈ, ਜਿਸ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਗਿਆਸੂ ਰੂਪ ਇਸਤਰੀ ਨੂੰ ਪਰਮੇਸ਼ਰ ਰੂਪ ਪਤੀ ਦੀ ਪ੍ਰਾਪਤੀ ਅਤੇ ਪਹਿਲੇ ਮਨਮੁਖ ਇਸਤਰੀ ਨੂੰ ਅਪ੍ਰਾਪਤੀ ਦਾ ਭਾਵ ਲੈ ਕੇ ਆਸਾ ਰਾਗ ਵਿੱਚ ਸ਼ੰਤ ਕਹੀਏ ਜਸ ਰੂਪ ਬਾਣੀ ਘਰ ਪਹਿਲੇ ਸੁਰਤਾਲ ਦੇ ਵਿੱਚ ਉਚਾਰਨ ਕਰਦੇ ਹਨ। ਇੱਕ ਜੋ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਹਮ ਘਰੇ ਸਾਚਾ ਸੋਹਿਲਾ ਸਾਚੈ ਸ਼ਬਦ ਸੁਹਾਇਆ RAM। ਹੇ ਜਿਗਿਆਸੂ ਰੂਪ ਇਸਤਰੀਏ, ਰਾਮ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਸੁਹਾਇਆ ਸ਼ੋਭਨੀਕ ਸੱਚੇ ਗੁਰਾਂ ਦੇ ਸ਼ਬਦ ਕਹੀਏ ਉਪਦੇਸ਼ ਦੁਆਰਾ ਸਾਡੇ ਹਿਰਦੇ ਰੂਪੀ ਘਰ ਗ੍ਰਹਿ ਵਿੱਚ ਸੱਚਾ ਸੋਹਿਲਾ ਆਨੰਦ ਪ੍ਰਾਪਤ ਹੋਇਆ ਹੈ। ਧਨ ਪਿਰ ਮੇਲ ਭਇਆ ਪ੍ਰਭ ਆਪ ਮਿਲਾਇਆ RAM। ਹਮ ਹਾਤਮਾ ਰੂਪ ਧਨ ਇਸਤਰੀ ਦਾ ਪਿਰ ਪਤੀ ਪਰਮੇਸ਼ਰ ਆਭਾਸ ਬਿਰਤੀ ਦਾ ਸਾਖੀ ਚੇਤਨ ਨਾਲ ਮੇਲ ਮਿਲਾਪ ਹੋਇਆ ਹੈ। ਰਮੇ ਹੋਏ ਪ੍ਰਭੂ ਪਰਮੇਸ਼ਰ ਨੇ ਆਪ ਹੀ ਕਿਰਪਾ ਕਰਕੇ ਮਿਲਾਉਣਾ ਕੀਤਾ ਹੈ। ਪ੍ਰਭ ਆਪ ਮਿਲਾਇਆ ਸੱਚ ਮਨ ਵਸਾਇਆ ਕਾਮਣ ਸਹਿਜੇ ਮਾਤੀ। ਜਦੋਂ ਸੱਚੇ ਗੁਰਾਂ ਦਾ ਨਾਮ ਸਰਵਣ ਅਤੇ ਮੰਨਣ ਕਰਕੇ ਨਿਧਿਆਸਨ ਦੁਆਰਾ ਉਸ ਨੂੰ ਹਿਰਦੇ ਵਿੱਚ ਵਸਾਉਣਾ ਭਾਵ ਕਮਾਈ ਕੀਤੀ ਤਾਂ ਪਤੀ ਪ੍ਰਭੂ ਵਾਹਿਗੁਰੂ ਨੇ ਆਪ ਹੀ ਆਪ ਦੇ ਨਾਲ ਮੇਲ ਲਿਆ ਤੇ ਜਿਗਿਆਸੂ ਰੂਪ ਇਸਤਰੀ ਦੀ ਬਿਰਤੀ ਸੁਤੇ ਸਿੱਧ ਹੀ ਪਰਮੇਸ਼ਰ ਦੇ ਰੰਗ ਵਿੱਚ ਮਾਤੀ ਕੱਸ ਕੇ ਬੋਲਣਾ ਹੈ, ਭਾਵ ਮਸਤ ਹੋ ਗਈ। ਗੁਰ ਸ਼ਬਦ ਸੀ ਗਾਰੀ ਸੱਚ ਸਵਾਰੀ ਸਦਾ ਰਾਵੇ ਰੰਗ ਰਾਤੀ। ਜਿਸ ਜਿਗਿਆਸੂ ਰੂਪ ਇਸਤਰੀ ਨੇ ਆਪਣੀ ਸੁਰਤ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਸ਼ਿੰਗਾਰਨਾ ਕੀਤੀ ਹੈ ਅਤੇ ਸੱਚੇ ਨਾਮ ਦੇ ਨਾਲ ਕੁਕਰਮਾਂ ਵੱਲੋਂ ਸਵਾਰ ਕੇ ਦੈਵੀ ਗੁਣਾਂ ਦੇ ਸਹਿਤ ਬਣਾ ਲਈ ਹੈ, ਉਹ ਹਮੇਸ਼ਾ ਹੀ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰਾਤੀ ਕਹੀਏ ਰੰਗੀ ਹੋਈ ਉਸਦੇ ਆਨੰਦ ਨੂੰ ਰਾਵੇ ਮਾਣਦੀ ਹੈ। ਆਪ ਗਵਾਏ ਹਰ ਵਰ ਪਾਏ ਤਾ ਹਰ ਰਸ ਮਨ ਵਸਾਇਆ। ਜਿਸ ਜਿਗਿਆਸੂ ਰੂਪ ਇਸਤਰੀ ਨੇ ਆਪਾ ਭਾਵ ਗਵਾ ਕੇ ਹਰੀ ਰੂਪ ਵਰ ਪਤੀ ਨੂੰ ਪਾਏ ਕਹੀਏ ਪਾਇਆ ਤਾਂ ਪਤੀ ਹਰ ਵਾਹਿਗੁਰੂ ਦੇ ਰਸ ਨੂੰ ਉਸ ਦੇ ਮੰਨਣ ਕਰਕੇ ਮਨ ਵਿੱਚ ਵਸਾ ਲਿਆ। ਕਹੋ ਨਾਨਕ ਗੁਰ ਸ਼ਬਦ ਸਵਾਰੀ ਸਫਲਿਓ ਜਨਮ ਸਬਾਇਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਦੀ ਸਤਿਗੁਰੂ ਜੀ ਨੇ ਉਪਦੇਸ਼ ਦੇ ਕੇ ਬੁੱਧੀ ਜ਼ਿੰਦਗੀ ਸਵਾਰ ਦਿੱਤੀ, ਉਸ ਦਾ ਸਾਰਾ ਹੀ ਜੀਵਨ ਭਾਵ ਮਨੁੱਖਾ ਜਨਮ ਹੀ ਸਫਲ ਹੋਇਆ ਹੈ। ਦੂਜੜੈ ਕਾਮਣ ਭਰਮ ਭੁੱਲੀ ਹਰ ਵਰ ਨ ਪਾਏ RAM। ਜਿਹੜੀ ਮਨਮੁਖ ਰੂਪ ਇਸਤਰੀ ਦੂਜੜੈ ਕਹੀਏ ਦਵੈਤ ਭਾਵ ਵਿੱਚ ਲੱਗ ਕੇ ਭਰਮ ਭੁਲੇਖਿਆਂ ਵਿੱਚ ਭੁੱਲੀ ਹੋਈ ਆ, ਉਹ RAM ਰਮੇ ਹੋਏ ਹਰੀ ਰੂਪ ਵਰ ਪਤੀ ਨੂੰ ਨਹੀਂ ਪਾ ਸਕਦੀ। ਕਾਮਣ ਗੁਣ ਨਾਹੀ ਬਿਰਥਾ ਜਨਮ ਗਵਾਏ RAM। ਕਿਉਂਕਿ ਮਨਮੁਖ ਰੂਪ ਕਾਮਣ ਇਸਤਰੀ ਵਿੱਚ ਕੋਈ ਸ਼ੁਭ ਗੁਣ ਨਹੀਂ, ਇਸ ਲਈ ਉਸਨੇ RAM ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਆਪਣਾ ਮਨੁੱਖਾ ਜਨਮ ਬੇਅਰਥ ਹੀ ਗਵਾ ਲਿਆ। ਬਿਰਥਾ ਜਨਮ ਗਵਾਏ ਮਨਮੁਖ ਇਆਣੀ ਔ ਗਣਵੰਤੀ ਝੂਰੇ। ਮਨਮੁਖ ਇਆਣੀ ਅਗਿਆਤ ਇਸਤਰੀ ਦੀ ਬੁੱਧੀ ਸ਼ਾਸਤਰ ਗਿਆਨ ਤੋਂ ਹੀਣੀ ਹੋਣ ਕਰਕੇ ਮਨੁੱਖਾ ਜਨਮ ਨੂੰ ਬੇਅਰਥ ਹੀ ਗਵਾ ਕੇ ਔਗਣਾਂ ਵਿੱਚ ਹੀ ਝੂਰੇ ਝੂਰਦੀ ਰਹਿੰਦੀ ਆ।
ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ, ਤਾ ਫਿਰ ਮਿਲਿਆ ਹਦੂਰੇ। ਜਿਸ ਜਿਗਿਆਸੂ ਰੂਪ ਇਸਤਰੀ ਨੇ ਆਪਣਾ ਜਾਣ ਕੇ ਸੱਚੇ ਸਤਿਗੁਰਾਂ ਦਾ ਸੇਵਨ ਕੀਤਾ ਹੈ, ਉਸ ਨੇ ਹਮੇਸ਼ਾ ਹੀ ਆਤਮਿਕ ਸੁਖ ਆਨੰਦ ਨੂੰ ਪਾਉਣਾ ਕੀਤਾ ਹੈ, ਅਤੇ ਉਸਨੇ ਤਾਂ ਫਿਰ ਪਤੀ ਅਕਾਲ ਪੁਰਖ ਆਤਮਾ ਰੂਪ ਹੋਣ ਕਰਕੇ ਹਦੂਰੇ ਕਹੀਏ ਨੇੜਿਓਂ ਹੀ ਮਿਲ ਗਿਆ ਹੈ। ਦੇਖ ਫਿਰ ਵਿਗਸੀ ਅੰਦਰੋਂ ਸਰਸੀ, ਸੱਚੈ ਸ਼ਬਦ ਸੁਭਾਏ। ਤਾਂ ਜਿਗਿਆਸੂ ਰੂਪ ਇਸਤਰੀ ਦੇ ਚਿੱਤ ਦੀ ਬਿਰਤੀ ਵਾਹਿਗੁਰੂ ਪਤੀ ਨੂੰ ਵੇਖ ਕਰਕੇ ਵਿਗਸੀ ਪ੍ਰਸੰਨ ਹੋ ਗਈ, ਤੇ ਹਿਰਦੇ ਅੰਦਰੋਂ ਸ ਰਸੀ ਕਹੀਏ ਸਹਿਤ ਰਸੀ ਰਸ ਦੇ ਹੋ ਗਈ, ਅਤੇ ਸੱਚੇ ਗੁਰਾਂ ਦੇ ਉਪਦੇਸ਼ ਕਰਕੇ ਸੁਭਾਏ ਸੁਤੇ ਹੀ ਪ੍ਰਕਾਸ਼ ਹੋ ਗਿਆ। ਨਾਨਕ ਵਿਣ ਨਾਵੈ ਕਾਮਣ ਭਰਮ ਭੁਲਾਣੀ, ਮਿਲ ਪ੍ਰੀਤਮ ਸੁਖ ਪਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਨਾਮ ਤੋਂ ਵਿਣ ਬਗੈਰ ਕਹੀਏ ਮਨਮੁਖ ਕਾਮਣ ਇਸਤਰੀ ਭਰਮ ਦੇ ਭੁੱਲਣ ਵਿੱਚ ਆਈ ਹੋਈ ਜਦੋਂ ਪ੍ਰੀਤਮ ਪਿਆਰੇ ਪਰਮੇਸ਼ਰ ਨਾਲ ਮਿਲਾਪ ਹੋਵੇਗਾ ਤਾਂ ਸੁਖ ਸਰੂਪ ਨੂੰ ਪਾ ਲਵੇਗੀ। ਫਿਰ ਸੰਗ ਕਾਮਣ ਜਾਣਿਆ ਗੁਰ ਮੇਲ ਮਿਲਾਈ RAM। ਜਿਸ ਵੇਲੇ ਜਿਗਿਆਸੂ ਰੂਪ ਕਾਮਣ ਇਸਤਰੀ ਨੂੰ RAM ਪਰਮੇਸ਼ਰ ਨੇ ਗੁਰ ਸਤਿਗੁਰਾਂ ਦੇ ਸ਼ਬਦ ਦੇ ਮੇਲ ਮਿਲਾਪ ਵਿੱਚ ਮਿਲਾਉਣਾ ਕੀਤਾ, ਗੁਰੂ ਸਾਹਿਬ ਜੀ ਨੇ ਤੁੰਗ ਪਦ ਦੇ ਲੱਖ ਅਰਥ ਨੂੰ ਤਤ ਪਦ ਦੇ ਲੱਖ ਅਰਥ ਬ੍ਰਹਮ ਦੇ ਮੇਲ ਵਿੱਚ ਮਿਲਾ ਦਿੱਤਾ, ਤਾਂ ਉਸ ਜਿਗਿਆਸੂ ਰੂਪ ਇਸਤਰੀ ਨੇ ਪਤੀ ਅਕਾਲ ਪੁਰਖ ਨੂੰ ਨਾਲ ਹੀ ਸੰਗ ਹੀ ਜਾਣ ਲਿਆ। ਅੰਤਰ ਸ਼ਬਦ ਮਿਲੀ ਸਹਿਜੇ ਤਪਤ ਬੁਝਾਈ RAM। ਜੋ ਜਿਗਿਆਸੂ ਰੂਪ ਇਸਤਰੀ ਗੁਰਾਂ ਦੇ ਉਪਦੇਸ਼ ਦੀ ਹਿਰਦੇ ਵਿੱਚ ਕਮਾਈ ਕਰਕੇ ਪਤੀ ਪ੍ਰਭੂ ਨਾਲ ਮਿਲ ਗਈ, ਉਸ ਦੀ RAM ਪਰਮੇਸ਼ਰ ਨੇ ਸਹਿਜੇ ਸੁਤੇ ਸਿੱਧ ਹੀ ਵਿਛੋੜੇ ਦੀ ਤਪਸ਼ ਬੁਝਾਈ ਕਹੀਏ ਬੁਝਾ ਦਿੱਤੀ ਹੈ। ਸ਼ਬਦ ਤਪਤ ਬੁਝਾਈ ਅੰਤਰ ਸ਼ਾਂਤ ਆਈ, ਸਹਿਜੇ ਹਰ ਰਸ ਚਾਖਿਆ। ਗੁਰੂ ਸਾਹਿਬ ਜੀ ਦੇ ਉਪਦੇਸ਼ ਨੇ ਵਿਛੋੜੇ ਦੀ ਤਪਸ਼ ਬੁਝਾਈ ਮੇਟ ਦਿੱਤੀ ਹੈ। ਉਸ ਨੂੰ ਹਿਰਦੇ ਵਿੱਚੋਂ ਸਰੂਪ ਦੀ ਪ੍ਰਾਪਤੀ ਕਰਕੇ ਸ਼ਾਂਤੀ ਆ ਗਈ ਹੈ, ਤੇ ਉਸ ਨੇ ਸੁਤੇ ਸਿੱਧ ਹੀ ਪਰਮੇਸ਼ਰ ਦੇ ਪ੍ਰੇਮ ਰਸ ਨੂੰ ਚਖਿਆ ਭਾਵ ਧਾਰਨ ਕੀਤਾ ਹੈ। ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ, ਸੱਚੈ ਸ਼ਬਦ ਸੁਭਾਖਿਆ। ਜਿਸ ਜਿਗਿਆਸੂ ਰੂਪ ਇਸਤਰੀ ਨੇ ਸੱਚੇ ਗੁਰਾਂ ਦੇ ਉਪਦੇਸ਼ ਨੂੰ ਅਭਿਆਸ ਦੁਆਰਾ ਸੁਭਾਖਿਆ ਚੰਗੀ ਤਰ੍ਹਾਂ ਬਿਆਨ ਕੀਤਾ ਹੈ। ਸੁਭਾਖਿਆ ਸੋ ਭਲੀ ਪ੍ਰਕਾਰ ਭਾਖਿਆ ਉਚਾਰਨ ਕੀਤਾ ਹੈ। ਉਸ ਨੇ ਆਪਣੇ ਪ੍ਰੀਤਮ ਪਿਆਰੇ ਗੁਰਾਂ ਦੇ ਨਾਲ ਮਿਲਾਪ ਕਰਕੇ ਹਮੇਸ਼ਾ ਵਾਹਿਗੁਰੂ ਪਤੀ ਦੇ ਰੰਗ ਆਨੰਦ ਨੂੰ ਮਾਨਣਾ ਕੀਤਾ ਹੈ। ਪੜ੍ਹ ਪੜ੍ਹ ਪੰਡਤ ਮੋਨੀ ਥਾਕੇ, ਭੇਖੀ ਮੁਕਤ ਨ ਪਾਈ। ਪੰਡਤ ਵਿਦਵਾਨ ਲੋਕ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਪੜ੍ਹ ਕੇ ਮੋਨੀ ਚੁੱਪ ਰਹਿਣ ਵਾਲੇ ਮੌਨਧਾਰੀ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ, ਅਤੇ ਵੱਖ ਵੱਖ ਭੇਖੀ ਲਿਬਾਸਾਂ ਨੂੰ ਧਾਰਨ ਵਾਲੇ ਜੋਗੀ ਜੰਗਮ ਇਤਿਆਦ ਇਹਨਾਂ ਵਿੱਚੋਂ ਕਿਸੇ ਨੇ ਵੀ ਸ਼ਬਦ ਦੀ ਕਮਾਈ ਤੋਂ ਬਿਨਾਂ ਮੁਕਤੀ ਨਹੀਂ ਪਾਈ। ਨਾਨਕ ਬਿਨ ਭਗਤੀ ਜਗ ਬਹੁਰਾਨਾ, ਸੱਚੈ ਸ਼ਬਦ ਮਿਲਾਈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਰਾ ਸੰਸਾਰ ਪਰਮੇਸ਼ਰ ਦੀ ਭਗਤੀ ਤੋਂ ਬਿਨ ਬਗੈਰ ਹੰਗਤਾ ਦੇ ਕਮਲੇ ਪੁਣੇ ਵਿੱਚ ਹੀ ਬਹੁਰਾਨਾ ਕਮਲਾ ਝੱਲਾ ਹੋ ਰਿਹਾ। ਜੋ ਜਿਗਿਆਸੂ ਰੂਪ ਇਸਤਰੀ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਦੀ ਹੈ, ਉਸ ਦੀ ਬਿਰਤੀ ਪਰਮੇਸ਼ਰ ਨੇ ਆਪਣੇ ਨਾਲ ਮਿਲਾਉਣਾ ਕੀਤੀ ਹੈ। ਸਾ ਧਨ ਮਨ ਆਨੰਦ ਭਇਆ, ਹਰ ਜੀਉ ਮੇਲ ਪਿਆਰੇ RAM। ਸਾ ਕਹੀਏ ਉਸ ਜਿਗਿਆਸੂ ਰੂਪ ਧਨ ਇਸਤਰੀ ਦੇ ਮਨ ਹਿਰਦੇ ਵਿੱਚ ਆਨੰਦ ਸੁਖ ਹੋਇਆ ਹੈ, ਜੋ RAM ਪਰਮੇਸ਼ਰ ਦੀ ਪ੍ਰਾਪਤੀ ਵਾਲੇ ਪਿਆਰੇ ਸਤਿਗੁਰਾਂ ਨੇ ਪਰਮੇਸ਼ਰ ਦੇ ਨਾਲ ਮਿਲਾ ਦਿੱਤੀ ਹੈ। ਸਾ ਧਨ ਹਰਿ ਕੈ ਰਸ ਰਸੀ, ਗੁਰ ਕੈ ਸ਼ਬਦ ਅਪਾਰੇ RAM। ਸਾ ਕਹੀਏ ਉਹ ਜਿਗਿਆਸੂ ਰੂਪ ਧਨ ਇਸਤਰੀ ਹਰ ਵਾਹਿਗੁਰੂ ਦੇ ਰਸ ਪ੍ਰੇਮ ਵਿੱਚ ਰਸੀ ਆਨੰਦਿਤ ਹੋਈ, ਜੋ RAM ਪਰਮੇਸ਼ਰ ਦਾ ਸਰੂਪ ਸਤਿਗੁਰਾਂ ਦੇ ਅਪਾਰੇ ਪਾਰਾਵਾਰ ਤੋਂ ਰਹਿਤ ਸ਼ਬਦ ਉਪਦੇਸ਼ ਦੀ ਕਮਾਈ ਵਿੱਚ ਲੱਗੀ ਹੈ।
ਸ਼ਬਦ ਅਪਾਰੇ ਮਿਲੇ ਪਿਆਰੇ, ਸਦਾ ਗੁਣ ਸਾਰੇ ਮਨ ਵਸੇ। ਜੋ ਜਗਿਆਸੂ ਰੂਪ ਇਸਤਰੀ ਗੁਰਾਂ ਦੇ ਅਪਾਰੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਪਿਆਰੇ ਪ੍ਰਿਯ ਵਾਹਿਗੁਰੂ ਨੂੰ ਮਿਲੀ ਹੈ, ਉਹ ਸਦੀਵ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਸਾਰੇ ਕਈਏ ਸੰਭਾਲਦੀ ਭਾਵ ਉਚਾਰਦੀ ਹੈ। ਉਸ ਦੇ ਮਨ ਹਿਰਦੇ ਵਿੱਚ ਪਰਮੇਸ਼ਰ ਵਸਦਾ ਹੈ। ਸੇਜ ਸੁਹਾਵੀ ਜਾ ਪਿਰ ਰਾਵੀ, ਮਿਲ ਪ੍ਰੀਤਮ ਅਵਗਣ ਨਸੇ। ਜਿਸ ਜਗਿਆਸੂ ਰੂਪ ਇਸਤਰੀ ਨੇ ਪਿਰ ਪਤੀ ਪਰਮੇਸ਼ਰ ਦੇ ਆਨੰਦ ਨੂੰ ਰਾਵੀ ਮਾਣਿਆ ਹੈ, ਉਸ ਦੀ ਸ਼ਰਧਾ ਰੂਪੀ ਜਾਂ ਅੰਤਹਿਕਰਨ ਰੂਪੀ ਸੇਜਾ ਸੁਹਾਵੀ ਕਹੀਏ ਸ਼ੋਭਨੀਕ ਹੋਈ ਅਤੇ ਪ੍ਰੀਤਮ ਪਰਮ ਪ੍ਰੇਮ ਦੇ ਅਸਪਦ ਪਿਆਰੇ ਸਤਿਗੁਰਾਂ ਨਾਲ ਮਿਲਣੇ ਕਰਕੇ ਕਾਮ ਕ੍ਰੋਧ ਆਦਿ ਸਾਰੇ ਹੀ ਅਵਗਣ ਕਹੀਏ ਗੁਨਾਹ ਨਸੇ ਦੌੜ ਭਾਵ ਨਾਸ਼ ਹੋ ਗਏ। ਜਿਤ ਘਰ ਨਾਮ ਹਰ ਸਦਾ ਧਿਆਈਐ, ਸੋਹਿ ਲੜਾ ਜੁਗ ਚਾਰੇ। ਜਿਸ ਜਗਿਆਸੂ ਰੂਪ ਇਸਤਰੀ ਦੇ ਹਿਰਦੇ ਰੂਪੀ ਘਰ ਗ੍ਰਹਿ ਵਿੱਚ ਪਤੀ ਪਰਮੇਸ਼ਰ ਹਮੇਸ਼ਾ ਨਾਮ ਧਿਆਈਦਾ ਹੈ, ਉਸ ਦਾ ਚਾਰੇ ਜੁਗਾਂ ਸਤਜੁਗ ਤ੍ਰੇਤਾ ਦੁਆਪਰ ਕਲਯੁਗ ਵਿੱਚ ਸੋਹਿਲੜਾ ਹੁੰਦਾ ਜਸ ਹੁੰਦਾ। ਉਸ ਨੂੰ ਚੌਹਾਂ ਜੁਗਾਂ ਵਾਲੇ ਸੰਸਾਰ ਵਿੱਚ ਸਰੂਪ ਦਾ ਸੋਹਿਲੜਾ ਆਨੰਦ ਪ੍ਰਾਪਤ ਹੁੰਦਾ। ਨਾਨਕ ਨਾਮ ਰਤੇ ਸਦਾ ਅਨੰਦ ਹੈ, ਹਰ ਮਿਲਿਆ ਕਾਰਜ ਸਾਰੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਜਗਿਆਸੂ ਰੂਪ ਇਸਤਰੀ ਪਰਮੇਸ਼ਰ ਦੇ ਨਾਮ ਵਿੱਚ ਰੰਗੀ ਹੋਈ, ਉਸ ਨੂੰ ਏਕਤਾ ਪ੍ਰਾਪਤ ਹੋਣ ਰੂਪ ਸਦੀਵ ਆਨੰਦ ਬਣਿਆ ਰਹਿੰਦਾ, ਕਿਉਂਕਿ ਉਸ ਨੂੰ ਹਰੀ ਵਾਹਿਗੁਰੂ ਰੂਪ ਪਤੀ ਮਿਲਿਆ ਪ੍ਰਾਪਤ ਹੋ ਗਿਆ ਹੈ ਅਤੇ ਉਸ ਦੇ ਲੋਕ ਪਰਲੋਕ ਦੇ ਸਾਰੇ ਕਹੀਏ ਸਾਰੇ ਕਾਰਜ ਪੂਰੇ ਹੋ ਗਏ। ਬ੍ਰਹਮ ਗਿਆਨ ਦੀ ਪ੍ਰਾਪਤੀ ਜਾਂ ਜੀਵਨ ਮੁਕਤੀ ਦੇ ਕਾਰਜ ਸਾਰੇ ਹੀ ਹਰੀ ਦੇ ਮਿਲਣੇ ਕਰਕੇ ਪੂਰੇ ਹੋ ਗਏ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਮਹੱਲਾ ਤੀਜਾ। ਛੰਤ ਘਰ ਤੀਜਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਬਿਰਾਜਮਾਨ ਹਨ। ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੋਇਆ ਸੀ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਧੰਨ ਭਾਈ ਪਾਰੋ ਜੀ, ਧੰਨ ਭਾਈ ਬੱਲੂ ਜੀ ਆਦਿਕ ਬੇਅੰਤ ਗੁਰਸਿੱਖ ਸੰਗਤਾਂ ਬੈਠੀਆਂ ਸਨ। ਸਾਰੀਆਂ ਸੰਗਤਾਂ ਨੂੰ ਪਰਮੇਸ਼ਰ ਦੀ ਭਗਤੀ ਵਿੱਚ ਜੋੜਨ ਵਾਸਤੇ ਇਹ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ। ਇੱਕ ਜੋ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਆਸਾ ਰਾਗ ਵਿੱਚ ਤੀਸਰੇ ਪਾਤਸ਼ਾਹ ਜੀ ਘਰ ਤੀਜਾ ਭਾਵ ਤੀਜੇ ਸੁਰ ਤਾਲ ਵਿੱਚ ਛੰਤ ਜਸ ਰੂਪ ਬਾਣੀ ਉਚਾਰਨ ਕਰਦੇ ਹਨ। ਸਾਜਨ ਮੇਰੇ ਪ੍ਰੀਤ ਮੋਹ, ਤੁਮ ਸਹਿ ਕੀ ਭਗਤ ਕਰੇ ਹੋ। ਹੇ ਸਾਡੇ ਸਰੀਰ ਦੇ ਸੱਜਣੋਂ ਤੇ ਮਨ ਦੇ ਵੀ ਪ੍ਰੀਤ ਮੋਹ ਪਿਆਰਿਓ ਗੁਰਸਿੱਖੋ, ਤੁਸੀਂ ਸਾਰਿਆਂ ਦੇ ਸਹਿ ਪਤੀ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਕਰੋ। ਗੁਰ ਸੇਵੋ ਸਦਾ ਆਪਣਾ, ਨਾਮ ਪਦਾਰਥ ਲੇਹੋ। ਆਪਣੇ ਸਤਿਗੁਰਾਂ ਨੂੰ ਲੋਕ ਪਰਲੋਕ ਦੇ ਰਾਖੇ ਜਾਣ ਕੇ ਹਮੇਸ਼ਾ ਹੀ ਸੇਵਨਾ ਕਰੋ ਅਤੇ ਨਾਮ ਰੂਪੀ ਪਦਾਰਥ ਕੀਮਤੀ ਵਸਤੂ ਨੂੰ ਲੈਣਾ ਕਰੋ। ਨਾਮ ਕਰਕੇ ਪ੍ਰੇਮ ਪਦਾਰਥ ਮਿਲਦਾ ਹੈ, ਪ੍ਰੇਮ ਪਦਾਰਥ ਕਰਕੇ ਗਿਆਨ ਪਦਾਰਥ ਮਿਲਦਾ ਹੈ ਅਤੇ ਗਿਆਨ ਪਦਾਰਥ ਤੋਂ ਫਿਰ ਮੁਕਤੀ ਰੂਪ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ। ਇਉਂ ਮਨੁੱਖਾ ਜਨਮ ਰੂਪੀ ਪਦਾਰਥ ਸਫਲਾ ਹੁੰਦਾ ਹੈ। ਇਸੇ ਕਰਕੇ ਭਗਤ ਕਰੋ ਤੁਮ ਸਹਿ ਕੇਰੀ, ਜੋ ਸਹਿ ਪਿਆਰੇ ਭਾਵਏ। ਹੇ ਪਿਆਰਿਓ, ਤੁਸੀਂ ਸਹਿ ਪਤੀ ਪਰਮੇਸ਼ਰ ਦੀ ਭਗਤੀ ਕਰਿਆ ਕਰੋ, ਜਿਹੜੀ ਪਿਆਰੇ ਸਹਿ ਪਤੀ ਪਰਮੇਸ਼ਰ ਨੂੰ ਪਾਉਂਦੀ ਹੈ। ਕਿਉਂਕਿ ਭਾਵ ਭਾਣਾ ਮੰਨਣਾ, ਰਜਾ ਵਿੱਚ ਚੱਲਣਾ, ਮਨ ਵਿੱਚ ਨਾਮ ਵਸਾਉਣ ਆਦਿ ਭਗਤੀ ਕਰੋ। ਆਪਣਾ ਭਾਣਾ ਤੁਮ ਕਰੋ, ਤਾ ਫਿਰ ਸਹਿ ਖੁਸ਼ੀ ਨ ਆਵਏ। ਜੇ ਤੁਸੀਂ ਆਪਣੇ ਆਪ ਨੂੰ ਭਾ ਜਾਣ ਵਾਲੇ ਕਾਰਜ ਕਰੋਗੇ, ਭਾਵ ਸਾਨੂੰ ਸੁੱਖ ਹੋਵੇ, ਸਰੀਰਕ ਦੁੱਖ ਨਾ ਹੋਵੇ,
ਇਤਿਆਦ ਆਪਣੇ ਖੁਦ ਪਸੰਦੀ ਵਾਲਾ ਭਾਣਾ ਮਨਾਉਣਾ ਕਰੋਗੇ ਤਾਂ ਫਿਰ ਪਤੀ ਪਰਮੇਸ਼ਰ ਦੀ ਖੁਸ਼ੀ ਪ੍ਰਸੰਨਤਾ ਨਹੀਂ ਹੋਵੇਗੀ। ਭਗਤ ਭਾਵ ਇਹ ਮਾਰਗ ਬਿਖੜਾ, ਗੁਰ ਦੁਆਰੈ ਕੋ ਪਾਵੈ। ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਨੀ ਇਹ ਬਹੁਤ ਹੀ ਬਿਖੜਾ ਕਠਿਨ ਮਾਰਗ ਰਸਤਾ ਹੈ। ਭਾਵ ਆਪੇ ਕਿਸੇ ਤੋਂ ਵੀ ਪ੍ਰੇਮਾ ਭਗਤੀ ਦਾ ਮਾਰਗ ਨਹੀਂ ਪਾਇਆ ਜਾਂਦਾ। ਇਸ ਕਰਕੇ ਇਸ ਰਸਤੇ ਨੂੰ ਸਤਿਗੁਰਾਂ ਦੁਆਰਾ ਕੋਈ ਵਿਰਲਾ ਪੁਰਖ ਹੀ ਪਾਉਂਦਾ ਹੈ। ਕਹਿ ਨਾਨਕ ਜਿਸ ਕਰੇ ਕਿਰਪਾ, ਸੋ ਹਰ ਭਗਤੀ ਚਿਤ ਲਾਵੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਤੇ ਮੇਰਾ ਵਾਹਿਗੁਰੂ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ, ਉਹ ਪੁਰਖ ਗੁਰਾਂ ਦੁਆਰਾ ਹਰੀ ਪਰਮੇਸ਼ਰ ਦੀ ਭਗਤੀ ਬੰਦਗੀ ਵਿੱਚ ਹਿਰਦੇ ਨੂੰ ਲਾਵੇ ਲਾਉਂਦਾ ਹੈ। ਮੇਰੇ ਮਨ ਬੈਰਾਗੀਆ, ਤੂੰ ਬੈਰਾਗ ਕਰ ਕਿਸ ਦਿਖਾਵੈ ਹੈ। ਹੇ ਸਾਡੇ ਮਨ ਵੈਰਾਗਮਨ ਕਹਾਉਣ ਵਾਲੇ ਮਨਾ, ਅੱਖਾਂ ਦੇ ਵਿੱਚ ਤੇਲ ਪਾ ਪਾ ਕੇ ਪਖੰਡ ਦੇ ਨਾਲ ਤੂੰ ਵਿਰਾਗ ਕਰਕੇ ਕਿਸ ਨੂੰ ਦਿਖਾਉਂਦਾ ਹੈ। ਪਾਤਸ਼ਾਹ ਜੀ ਦਸਮ ਗ੍ਰੰਥ ਵਿੱਚ ਫਰਮਾਉਂਦੇ ਹਨ, ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਵਾਕ ਹੈ, ਆਖਨ ਭੀਤਰ ਤੇਲ ਕੋ ਡਾਰ, ਸੋ ਲੋਗਨ ਨੀਰ ਬਹਾਏ ਦਿਖਾਵੈ। ਜੋ ਧਨਵਾਨ ਲਖੈ ਨਿਜ ਸੇਵਕ, ਤਾਹੀ ਪਰੋਸ ਪ੍ਰਸਾਦ ਜਮਾਵੈ। ਜੋ ਧਨਹੀਨ ਲਖੈ ਤਿਹ ਦੇਤ, ਨ ਮਾਗਨ ਜਾਤ ਮੁਖੋ ਨ ਦਿਖਾਵੈ। ਲੂਟਤ ਹੈ ਪਸ ਲੋਗਨ ਕੋ, ਕਬਹੂ ਨ ਪਰਮੇਸ਼ਰ ਕੇ ਗੁਣ ਗਾਵੈ। ਹਰ ਸੋਹਿਲਾ ਤਿਨ ਸਦ ਸਦਾ, ਜੋ ਹਰ ਗੁਣ ਗਾਵੈ ਹੈ। ਹੇ ਮੇਰੇ ਮਨਾ, ਉਹਨਾਂ ਨੂੰ ਸਦੀਵ ਕਾਲ ਵਾਹਿਗੁਰੂ ਦਾ ਸੋਹਿਲਾ ਆਨੰਦ ਪ੍ਰਾਪਤ ਹੋਇਆ ਹੈ, ਜਿਹੜੇ ਹਮੇਸ਼ਾ ਹੀ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਗਾਉਂਦੇ ਹਨ। ਕਰ ਬੈਰਾਗ ਤੂੰ ਛੋੜ ਪਾਖੰਡ, ਸੋ ਸਹੁ ਸਭ ਕਿਛ ਜਾਣੈ। ਹੇ ਮਨਾ, ਬਾਹਰੋਂ ਵੈਰਾਗਮਾਨ ਹੋ ਕਰਕੇ ਤੂੰ ਪਖੰਡ ਲੋਕ ਦਿਖਾਵਾ ਕਰਨਾ ਛੱਡਣਾ ਕਰ। ਪ੍ਰਭੂ ਪ੍ਰਾਪਤੀ ਲਈ ਸੱਚਾ ਵਿਰਾਗ ਧਾਰਨ ਕਰ ਅਤੇ ਪਖੰਡ ਦੰਭ ਵਾਲੇ ਸੁਭਾਅ ਨੂੰ ਛੱਡਣਾ ਕਰ, ਕਿਉਂਕਿ ਉਹ ਸਹੁ ਪਤੀ ਪਰਮੇਸ਼ਰ ਸਾਰਾ ਕੁਝ ਹੀ ਜਾਣਦਾ ਹੈ। ਉਹ ਤਾਂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ ਹੈ। ਜਲ ਥਲ ਮਹੀਅਲ ਏਕੋ, ਸੋਈ ਗੁਰਮੁਖ ਹੁਕਮ ਪਛਾਣੈ। ਜਲਾਂ ਵਿੱਚ ਥਲਾਂ ਵਿੱਚ ਮਹੀਅਲ ਮਹੀ ਪ੍ਰਿਥਵੀ ਅਲ ਆਕਾਸ਼ ਵਿੱਚ ਜਲ ਪਾਣੀ ਦੀ ਨਿਆਈ ਪ੍ਰੇਮੀਆਂ ਦੇ ਹਿਰਦੇ ਵਿੱਚ, ਥਲਾਂ ਦੀ ਨਿਆਈ ਸਕਾਮੀ ਪੁਰਖਾਂ ਵਿੱਚ, ਮਹੀ ਪ੍ਰਿਥਵੀ ਦੀ ਨਿਆਈ ਅਧਿਕਾਰੀਆਂ ਦੇ ਅੰਦਰ, ਅਲ ਆਕਾਸ਼ ਦੀ ਨਿਆਈ ਉੱਤਮ ਅਧਿਕਾਰੀਆਂ ਦੇ ਅੰਦਰ, ਉੱਤਮ ਮੱਧਮ ਕਨਿਸ਼ਟ ਅਦਮ ਮਹੀ ਪ੍ਰਿਥਵੀ ਦੀ ਨਿਆਈ ਬੁੱਧੀ ਵਿੱਚ ਤੇ ਅਲ ਆਕਾਸ਼ ਦੀ ਨਿਆਈ ਸਾਰਿਆਂ ਦੇ ਹਿਰਦਿਆਂ ਵਿੱਚ ਇੱਕ ਸੋਈ ਕਹੀਏ, ਉਹੀ ਪਰਮੇਸ਼ਰ ਹੀ ਪਰਿਪੂਰਨ ਹੈ। ਪਰੰਤੂ ਗੁਰਮੁਖ ਜਨ ਹੀ ਵਾਹਿਗੁਰੂ ਦੇ ਹੁਕਮ ਭਾਣੇ ਨੂੰ ਪਛਾਣ ਕੇ ਨਿਹਾਲ ਹੁੰਦੇ ਹਨ। ਜਿਨ ਹੁਕਮ ਪਛਾਤਾ ਹਰੀ ਕੇਰਾ, ਸੋਈ ਸਰਬ ਸੁਖ ਪਾਵੈ। ਜਿਨ੍ਹਾਂ ਗੁਰਮੁਖਾਂ ਨੇ ਹਰੀ ਵਾਹਿਗੁਰੂ ਦਾ ਹੁਕਮ ਪਛਾਣਿਆ ਹੈ, ਉਹ ਹੀ ਸਾਰਿਆਂ ਸੁੱਖਾਂ ਨੂੰ ਪਾ ਲੈਂਦੇ ਆ। ਇਵ ਕਹਿ ਨਾਨਕ ਸੋ ਬੈਰਾਗੀ, ਅਨ ਦਿਨ ਹਰ ਲਿਵ ਲਾਵੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਵ ਤੋਂ ਭਾਵ ਇਸ ਪ੍ਰਕਾਰ ਉਹ ਹੀ ਅਸਲੀ ਵਿਰਾਗਮਾਨ ਹਨ, ਜੋ ਅਨ ਦਿਨ ਰਾਤ ਦਿਨੇ ਪਰਮੇਸ਼ਰ ਦੇ ਨਾਮ ਵਿੱਚ ਲਿਵ ਬਿਰਤੀ ਲਾਉਂਦੇ ਹਨ। ਸਤਿਗੁਰੂ ਸਾਹਿਬ ਜੀ ਅਗਲੀਆਂ ਪੰਕਤੀਆਂ ਵਿੱਚ ਮਨ ਨੂੰ ਪਦਾਰਥਾਂ ਦੀ ਦੌੜ ਤੋਂ ਹਟਾਉਣ ਵਾਸਤੇ ਉਪਦੇਸ਼ ਬਖਸ਼ਦੇ ਹਨ। ਜਹ ਜਹ ਮਨ ਤੂੰ ਧਾਵਦਾ, ਤਹ ਤਹ ਹਰ ਤੇਰੈ ਨਾਲੇ। ਹੇ ਮਨਾ, ਜਿੱਥੇ ਜਿੱਥੇ ਭਾਵ ਉੱਤਰ ਦੱਖਣ ਪੂਰਬ ਪੱਛਮ ਵਿੱਚ ਤੂੰ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਦੌੜਦਾ ਫਿਰਦਾ ਹੈ, ਤਹ ਤਹ ਭਾਵ ਉੱਥੇ ਉੱਥੇ ਵਾਹਿਗੁਰੂ ਤੈਨੂੰ ਸੱਤਾ ਦੇਣ ਵਾਲਾ ਤੇਰੇ ਨਾਲੇ ਸਾਥ ਹੀ ਹੈ। ਮਨ ਸਿਆਣਪ ਛੋਡੀਐ, ਗੁਰ ਕਾ ਸ਼ਬਦ ਸੰਭਾਲੇ। ਹੇ ਮਨਾ, ਆਪਣੀ ਬੁੱਧੀ ਦੀ ਸਿਆਣਪ ਚਤੁਰਾਈ ਨੂੰ ਛੱਡ ਕਰਕੇ ਸਤਿਗੁਰੂ ਜੀ ਦਾ ਉਪਦੇਸ਼ ਸੰਭਾਲਣਾ ਕਰ। ਸਾਥ ਤੇਰੈ ਸੋ ਸਹੁ ਸਦਾ ਹੈ, ਇਕ ਖਿਨ ਹਰ ਨਾਮ ਸੰਭਾਲਹਿ।
ਉਹ ਸਹੋ ਪਤੀ ਪਰਮੇਸ਼ਰ ਤੇਰੇ ਹਮੇਸ਼ਾ ਹੀ ਨਾਲ ਰਹਿਣ ਵਾਲਾ ਹੈ। ਜੇ ਤੂੰ ਇੱਕ ਛਿਨ ਵੀ ਹਿਰਦੇ ਵਿੱਚ ਵਾਹਿਗੁਰੂ ਨਾਮ ਨੂੰ ਸੰਭਾਲਣਾ ਕਰੇ, ਯਾਦ ਕਰੇ। ਜਨਮ ਜਨਮ ਕੇ ਤੇਰੇ ਪਾਪ ਕੱਟੇ, ਅੰਤ ਪਰਮ ਪਦ ਪਾਵਹਿ। ਤੇਰੇ ਜਨਮਾਂ ਜਨਮਾਤਰਾਂ ਦੇ ਕੀਤੇ ਸਾਰੇ ਪਾਪ ਗੁਨਾਹ ਕੱਟੇ ਜਾਣਗੇ ਅਤੇ ਅੰਤ ਅਖੀਰ ਵੇਲੇ ਭਾਵ ਜਦੋਂ ਸਰੀਰ ਦੀ ਪਰਾਲਬਧ ਸਮਾਪਤ ਹੋ ਗਈ, ਉਦੋਂ ਪਰਮ ਪਦ ਵੱਡੀ ਪਦਵੀ ਭਾਵ ਕੇਵਲ ਮੋਖ ਨੂੰ ਪਾ ਲਵੇਂਗਾ। ਸਾਚੇ ਨਾਲ ਤੇਰਾ ਗੰਢ ਲਾਗੈ, ਗੁਰਮੁਖ ਸਦਾ ਸੰਭਾਲੇ। ਹੇ ਮਨਾ, ਸਤ ਸੰਗਤ ਵਿੱਚ ਲੱਗਣ ਕਰਕੇ ਤੇਰਾ ਸੱਚੇ ਅਕਾਲ ਪੁਰਖ ਨਾਲ ਗੰਢ ਕਹੀਏ ਮੇਲ ਹੋ ਜਾਵੇਗਾ। ਜੇਕਰ ਤੂੰ ਗੁਰਮੁਖ ਮੁਖੀ ਗੁਰਾਂ ਦੁਆਰਾ ਹਮੇਸ਼ਾ ਪਰਮੇਸ਼ਰ ਦੇ ਨਾਮ ਨੂੰ ਸੰਭਾਲਣਾ ਕਰੇ। ਇਉ ਕਹਿ ਨਾਨਕ, ਜਹ ਮਨ ਤੂੰ ਧਾਵਦਾ, ਤਹ ਹਰ ਤੇਰੈ ਸਦਾ ਨਾਲੇ। ਸਤਿਗੁਰੂ ਜੀ ਕਹਿ ਤੋਂ ਭਾਵ ਕਹਿੰਦੇ ਹਨ, ਕਥਨ ਕਰਦੇ ਹਨ ਕਿ ਹੇ ਮਨਾ, ਇਸੇ ਪ੍ਰਕਾਰ ਜਿੱਥੇ ਵੀ ਤੂੰ ਧਾਵਦਾ ਦੌੜਦਾ ਹੈ, ਉਥੇ ਹੀ ਹਰੀ ਵਾਹਿਗੁਰੂ ਹਮੇਸ਼ਾ ਤੇਰੇ ਨਾਲ ਸਾਥ ਹੀ ਆ। ਸਤਿਗੁਰ ਮਿਲਿਆ ਧਾਵਤ ਥੰਮਿਆ, ਨਿਜ ਘਰ ਵਸਿਆ ਆਏ। ਹੇ ਮਨਾ, ਜਿਸ ਨੇ ਸੱਚੇ ਗੁਰਾਂ ਦੇ ਮਿਲਾਪ ਕਰਕੇ ਪਦਾਰਥਾਂ ਵਿੱਚ ਦੌੜਦੇ ਮਨ ਨੂੰ ਥੰਮਿਆ ਰੋਕਿਆ ਹੈ, ਉਹ ਆਪਣੇ ਤੁਰਿਆ ਪਦ ਰੂਪੀ ਘਰ ਵਿੱਚ ਆ ਕੇ ਵਸ ਗਿਆ ਹੈ। ਨਾਮ ਵਿਹਾਜੇ ਨਾਮ ਲਏ, ਨਾਮ ਰਹੇ ਸਮਾਏ। ਹੇ ਮਨਾ, ਸੱਚੇ ਪਰਮੇਸ਼ਰ ਦੇ ਨਾਮ ਨੂੰ ਗੁਰਾਂ ਦੇ ਪਾਸੋਂ ਤਨ ਮਨ ਧਨ ਦੇ ਕੇ ਸਰਵਣ ਕਰਨ ਰੂਪ ਵਿਹਾਜੇ ਖਰੀਦਣਾ ਕਰ, ਮੰਨਣ ਕਰਨ ਰੂਪ ਲਏ ਉਚਾਰਨਾ ਕਰ ਅਤੇ ਹਰ ਵਕਤ ਨਾਮ ਦਾ ਨਿਧਿਆਸਨ ਭਾਵ ਕਮਾਈ ਕਰ, ਜਿਸ ਕਰਕੇ ਉਸ ਨਾਮੀ ਪ੍ਰਭੂ ਵਿੱਚ ਸਮਾਇਆ ਰਹੇਗਾ ਭਾਵ ਅਭੇਦ ਹੋ ਜਾਵੇਗਾ। ਧਾਵਤ ਥੰਮਿਆ ਸਤਿਗੁਰ ਮਿਲਿਆ, ਦਸਵਾ ਦੁਆਰ ਪਾਇਆ। ਜਦੋਂ ਜੋਗੀ ਨੂੰ ਹਠ ਯੋਗ ਪ੍ਰਕਿਰਿਆ ਸਿਖਾਉਣ ਵਾਲਾ ਸਤਿਗੁਰੂ ਸੱਚਾ ਗੁਰੂ ਆਚਾਰੀਆ ਮਿਲਿਆ ਤਾਂ ਦੌੜਦੇ ਮਨ ਨੂੰ ਪ੍ਰਾਣਾਯਾਮ ਅਨੁਸਾਰ ਥੰਮਿਆ ਰੋਕ ਕੇ ਦਸਮ ਦੁਆਰ ਦੀ ਪ੍ਰਕਿਰਿਆ ਦਾ ਢੰਗ ਤਰੀਕਾ ਪਾਉਣਾ ਕੀਤਾ, ਭਾਵ ਉਸ ਨੂੰ ਪ੍ਰਾਪਤ ਕਰਾਇਆ। ਤਿੱਥੈ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ, ਜਿਤ ਸ਼ਬਦ ਜਗਤ ਥੰਮ ਰਹਾਇਆ। ਉੱਥੇ ਦਸਮ ਦੁਆਰ ਵਿੱਚ ਜੋਗੀ ਜਨ ਮਿੱਠੀ ਕਫ ਰੂਪੀ ਅੰਮ੍ਰਿਤ ਭੋਜਨ ਪ੍ਰਾਪਤ ਕਰਦੇ ਆ ਅਤੇ ਤਤ ਤੰਤੀ ਆਦ ਵਾਜਿਆਂ ਦੀ ਧੁਨ ਆਵਾਜ਼ ਸੁਭਾਵਕ ਹੀ ਉਪਜੈ ਪੈਦਾ ਹੁੰਦੀ ਆ, ਜਿਸ ਸ਼ਬਦ ਕਰਕੇ ਜੀਵ ਭਾਵ ਜੋਗਾ ਅਭਿਆਸੀ ਦਾ ਮਨ ਥੰਮ ਕਹੀਏ ਸਥਿਤ ਹੋਇਆ ਰਹਾਇਆ ਰਹਿੰਦਾ ਹੈ। ਤਹ ਅਨੇਕ ਵਾਜੇ ਸਦਾ ਅਨਹਦ ਹੈ, ਸੱਚੇ ਰਹਿਆ ਸਮਾਏ। ਉੱਥੇ ਅਨੇਕ ਬਹੁਤ ਪ੍ਰਕਾਰ ਦੇ ਤਤ ਤੰਤੀ ਬਿੱਤ ਚਰਮਕਾ ਆਦਿ ਵਾਜੇ ਵੱਜਦੇ ਹਨ ਅਤੇ ਜੋਗਾ ਅਭਿਆਸੀ ਨੂੰ ਹਮੇਸ਼ਾ ਹੀ ਅਨਹਦ ਹੱਦ ਤੋਂ ਰਹਿਤ ਵਾਜੇ ਵੱਜਦੇ ਸੁਣਾਈ ਦਿੰਦੇ ਹਨ। ਉਸ ਯੋਗਾ ਅਭਿਆਸੀ ਨੂੰ ਸਦਾ ਹੀ ਆਨੰਦ ਬਣਿਆ ਰਹਿੰਦਾ। ਇਸੇ ਕਰਕੇ ਉਹ ਜੋਗੀ ਸੱਚੇ ਦੇ ਵਿੱਚ ਸਮਾਇਆ ਰਹਿੰਦਾ ਹੈ। ਇਉ ਕਹਿ ਨਾਨਕ, ਸਤਿਗੁਰ ਮਿਲਿਆ ਧਾਵਤ ਥੰਮਿਆ, ਨਿਜ ਘਰ ਵਸਿਆ ਆਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਉਂ ਇਸੇ ਪ੍ਰਕਾਰ ਸਤਿਗੁਰੂ ਜੀ ਨਾਲ ਮਿਲਣੇ ਕਰਕੇ ਜੋ ਮਨ ਵਾਸ਼ਨਾ ਕਰਕੇ 84 ਲੱਖ ਜੂਨਾਂ ਵਿੱਚ ਦੌੜਦਾ ਸੀ, ਉਸ ਨੂੰ ਥੰਮਿਆ ਰੋਕ ਕੇ ਆਪਣੇ ਤੁਰਿਆ ਪਦ ਰੂਪੀ ਘਰ ਗ੍ਰਹਿ ਵਿੱਚ ਆ ਕੇ ਵਸ ਗਏ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੇ ਮਨਾ, ਤੂੰ ਜੋਤ ਸਰੂਪ ਪ੍ਰਕਾਸ਼ ਸਰੂਪ ਪਰਮੇਸ਼ਰ ਦੀ ਅੰਸ਼ ਹੋਣ ਕਰਕੇ ਉਸੇ ਦਾ ਹੀ ਸਰੂਪ ਹੈ। ਇਸ ਗੱਲ ਦਾ ਗਿਆਨ ਤੈਨੂੰ ਅਗਿਆਨ ਦਾ ਪਰਦਾ ਚੁੱਕ ਕੇ ਹੀ ਹੋਵੇਗਾ। ਇਸ ਕਰਕੇ ਰਾਗ ਦੁਐਖ ਵਿਕਾਰ ਛੱਡ ਕੇ ਆਪਣੇ ਮੂਲ ਮੁੱਢ ਅਧਿਸ਼ਠਾਨ ਰੂਪ ਬ੍ਰਹਮ ਦੀ ਗਿਆਨ ਦੁਆਰਾ ਪਹਿਚਾਣ ਕਰ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਹੇ ਮਨਾ, ਹਰ ਵਕਤ ਹਰੀ ਪਰਮੇਸ਼ਰ ਜੀ ਤੇਰੇ ਨਾਲ ਸਾਥ ਅੰਗ ਸੰਗ ਹੈ। ਗੁਰਮਤੀ ਗੁਰਾਂ ਦੀ ਸਿੱਖਿਆ ਦੁਆਰਾ ਉਸ ਦੇ ਸਰੂਪ ਦਾ ਰੰਗ ਆਨੰਦ ਮਾਨਣਾ ਕਰ, ਭਾਵ ਭੋਗਣਾ ਕਰ। ਮੂਲ ਪਛਾਣੈ ਤਾਂ ਸਹੁ ਜਾਣੈ, ਮਰਨ ਜੀਵਨ ਕੀ ਸੋਝੀ ਹੋਈ। ਹੇ ਮਨਾ, ਜੇ ਮੂਲ ਮੁੱਢ ਰੂਪ ਬ੍ਰਹਮ ਚੇਤਨ ਨੂੰ ਪਹਿਚਾਣ ਲਵੇਂਗਾ
ਤਾਂ ਤੂੰ ਸਹੋਪਤੀ ਅਕਾਲ ਪੁਰਖ ਦੇ ਸਾਖਸ਼ਾਤ ਗਿਆਨ ਨੂੰ ਜਾਣ ਲਵੇਂਗਾ ਅਤੇ ਤੈਨੂੰ ਮਰਨ ਜਿਉਣ ਵਾਲੀ ਦੇਹ ਰੂਪੀ ਵਸਤੂ ਦੀ ਸੋਝੀ ਸਮਝ ਹੋ ਜਾਵੇਗੀ। ਗੁਰ ਪ੍ਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ। ਜਦੋਂ ਤੂੰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਕਰ ਦੁਆਰਾ ਅਦਵੈਤ ਰੂਪ ਪਰਮੇਸ਼ਰ ਨੂੰ ਜਾਣ ਲਵੇਂਗਾ ਤਾਂ ਫਿਰ ਤੈਨੂੰ ਦੂਜਾ ਦਵੈਤ ਭਾਵ ਨਹੀਂ ਹੋਵੇਗਾ। ਮਨ ਸ਼ਾਂਤ ਆਈ ਵੱਜੀ ਵਧਾਈ ਤਾ ਹੋਆ ਪਰਵਾਣ। ਜਿਸ ਵੇਲੇ ਤੈਨੂੰ ਨਾਮ ਦੁਆਰਾ ਸ਼ਾਂਤੀ ਆ ਕੇ ਪ੍ਰਾਪਤ ਹੋਈ ਤਾਂ ਫਿਰ ਹਿਰਦੇ ਵਿੱਚ ਪਰਮੇਸ਼ਰ ਦੇ ਮਿਲਾਪ ਦੀ ਵਧਾਈ ਖੁਸ਼ੀ ਵੱਜੀ ਪ੍ਰਗਟ ਹੋ ਗਈ। ਤਦ ਸਰੂਪ ਦੀ ਪ੍ਰਾਪਤੀ ਕਰਕੇ ਤੂੰ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਮਾਣਿਕ ਹੋਵੇਂਗਾ। ਇਉ ਕਹਿ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਕਥਨ ਕਰਦੇ ਹਨ ਕਿ ਹੇ ਮਨਾ, ਤੂੰ ਪ੍ਰਕਾਸ਼ ਸਰੂਪ ਪਰਮੇਸ਼ਰ ਦੀ ਅੰਸ਼ ਹੋਣ ਕਰਕੇ ਉਸੇ ਦਾ ਹੀ ਸਰੂਪ ਹੈ। ਇਸ ਕਰਕੇ ਆਪਣੇ ਮੂਲ ਮੁੱਢ ਰੂਪ ਜੋਤੀ ਸਰੂਪ ਪਰਮੇਸ਼ਰ ਨੂੰ ਪਛਾਨਣਾ ਕਰ। ਮਨ ਤੂੰ ਗਰਭ ਅਟਿਆ ਗਰਭ ਲੱਦਿਆ ਜਾਹੇ। ਹੇ ਮਨਾ, ਤੂੰ ਥੋੜ੍ਹੇ ਜਿਹੇ ਗੁਣ ਪਾ ਕੇ ਗਰਭ ਹੰਕਾਰ ਨਾਲ ਅਟਿਆ ਭਰਿਆ ਰਹਿੰਦਾ, ਭਾਵ ਪੂਰਿਆ ਰਹਿੰਦਾ। ਧਨ ਵਿਦਿਆ ਰਿੱਧੀਆਂ ਸਿੱਧੀਆਂ ਆਦਿ ਦੇ ਹੰਕਾਰ ਵਿੱਚ ਲੱਦਿਆ ਹੋਇਆ ਹੀ ਪਰਲੋਕ ਨੂੰ ਚਲਿਆ ਜਾਵੇਂਗਾ। ਹੰਕਾਰ ਕਰਕੇ ਪਰਲੋਕ ਨੂੰ ਲੱਦਿਆ ਕੂਚ ਕਰ ਜਾਵੇਂਗਾ। ਮਾਇਆ ਮੋਹਣੀ ਮੋਹਿਆ ਫਿਰ ਜੂਨੀ ਭਵਾਹੇ। ਹੇ ਮਨਾ, ਇਹ ਮੋਹਣੀ ਮੋਹਿਤ ਕਰਨ ਵਾਲੀ ਮਾਇਆ ਨੇ ਤੈਨੂੰ ਮੋਹਿਤ ਕੀਤਾ ਹੋਇਆ, ਜਿਸ ਕਰਕੇ ਤੂੰ ਫਿਰ ਮੁੜ ਕੇ 84 ਲੱਖ ਜੂਨੀਆਂ ਵਿੱਚ ਭਵਾਹੇ ਪੁਆਇਆ ਜਾਵੇਂਗਾ, ਫੇਰਿਆ ਜਾਵੇਂਗਾ। ਗਰਭ ਲਾਗਾ ਜਾਹੇ ਮੁਗਧ ਮਨ ਅੰਤ ਗਿਆ ਪਛਤਾਵਹੇ। ਹੇ ਮੁਗਧ ਮੂਰਖ ਮਨਾ, ਗਰਭ ਹੰਕਾਰ ਵਿੱਚ ਲੱਗਣੇ ਕਰਕੇ ਤੇਰਾ ਮਨੁੱਖਾ ਜਨਮ ਬੇਅਰਥ ਹੀ ਚਲਿਆ ਜਾਵੇਗਾ ਤੇ ਅੰਤ ਅਖੀਰ ਜਮਾਂ ਦੇ ਵਸ ਪੈ ਕੇ ਪਰਲੋਕ ਨੂੰ ਗਿਆ ਪਛਤਾਵਹੇ ਪਛਤਾਪ ਹੀ ਕਰੇਗਾ। ਅਹੰਕਾਰ ਤਿਸਨਾ ਰੋਗ ਲੱਗਾ ਬਿਰਥਾ ਜਨਮ ਗਵਾਵਹੇ। ਹੇ ਮਨਾ, ਤੈਨੂੰ ਦੇਹ ਦਾ ਗੁਣਾਂ ਦਾ ਹੰਕਾਰ ਤੇ ਤਿਸਨਾ ਪਦਾਰਥਾਂ ਦੀ ਪ੍ਰਾਪਤੀ ਦੀ ਤੀਬਰ ਇੱਛਾ ਰੂਪ ਰੋਗ ਲੱਗਾ ਹੋਇਆ। ਇਹਨਾਂ ਰੋਗਾਂ ਕਰਕੇ ਆਪਣੇ ਮਨੁੱਖਾ ਜਨਮ ਨੂੰ ਬੇਅਰਥ ਹੀ ਗਵਾ ਰਿਹਾ ਹੈ। ਮਨਮੁਖ ਮੁਗਧ ਚੇਤਹਿ ਨਾਹੀ ਅੱਗੇ ਗਿਆ ਪਛਤਾਵਹੇ। ਹੇ ਮਨਮੁਖ ਬੇਮੁਖ ਤੇ ਮੂਰਖ ਮਨਾ, ਮੁਗਧ ਬੇਸਮਝ ਮਨਮੁਖ ਤੂੰ ਵਾਹਿਗੁਰੂ ਨੂੰ ਸਿਮਰਦਾ ਹੀ ਨਹੀਂ, ਚੇਤੇ ਨਹੀਂ ਕਰਦਾ। ਕਮਲਿਆ, ਅੱਗੇ ਪਰਲੋਕ ਗਿਆ ਹੋਇਆ ਪਛਤਾਪ ਕਰੇਗਾ। ਇਉ ਕਹਿ ਨਾਨਕ ਮਨ ਤੂੰ ਗਰਭ ਅਟਿਆ ਗਰਭ ਲੱਦਿਆ ਜਾਵਹੇ। ਇਸ ਤਰ੍ਹਾਂ ਸਤਿਗੁਰੂ ਜੀ ਕਹਿ ਰਹੇ ਹਨ, ਕਥਨ ਕਰਦੇ ਹਨ ਕਿ ਹੇ ਮਨਾ, ਤੂੰ ਗਰਭ ਹੰਕਾਰ ਦੇ ਵਿੱਚ ਹੀ ਭਰਿਆ ਪੂਰਿਆ ਹੋਇਆ, ਅੰਤ ਨੂੰ ਹੰਕਾਰ ਦਾ ਭਰਿਆ ਹੋਇਆ ਹੀ ਪਰਲੋਕ ਨੂੰ ਲੱਦਿਆ ਕੂਚ ਕਰ ਜਾਵੇਂਗਾ। ਮਨ ਤੂੰ ਮਤ ਮਾਣ ਕਰਹਿ ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ। ਹੇ ਮੇਰੇ ਮਨਾ, ਤੂੰ ਮਤਾ ਮਾਣ ਹੰਕਾਰ ਕਰ। ਜਿਹੜਾ ਹਉ ਭਾਵ ਮੈਂ ਗਿਆਨ ਭਗਤੀ ਈਸ਼ਰ ਦਾ ਸਰੂਪ ਆਦਿ ਕੁਝ ਜਾਣਦਾ ਹਾਂ, ਇਹ ਮਾਣ ਕਰਨਾ ਯੋਗ ਨਹੀਂ। ਤੂੰ ਤਾਂ ਗੁਰਮੁਖਾਂ ਦੀ ਸੰਗਤ ਕਰਕੇ ਮਾਣ ਤੋਂ ਰਹਿਤ ਹੋ। ਮੁਖੀ ਗੁਰਾਂ ਦੁਆਰਾ ਉਪਦੇਸ਼ ਲੈ ਕੇ ਨਿਮਾਣਾ ਮਾਣ ਤੋਂ ਰਹਿਤ ਹੋ ਕੇ ਰਹਿਣਾ ਕਰ। ਅੰਤਰ ਅਗਿਆਨ ਹਉ ਬੁੱਧ ਹੈ ਸੱਚ ਸ਼ਬਦ ਮਲ ਖੋਹ। ਤੇਰੇ ਹਿਰਦੇ ਅੰਦਰ ਅਗਿਆਨ ਅਵਿਦਿਆ ਕਰਕੇ ਹਉਮੈ ਵਾਲੀ ਬੁੱਧੀ ਫੁਰ ਰਹੀ ਹੈ। ਇਸ ਦੇਹ ਅਧਿਆਸ ਦੀ ਮੈਲ ਨੂੰ ਸੱਚੇ ਗੁਰਾਂ ਦਾ ਉਪਦੇਸ਼ ਰੂਪ ਸਾਬਣ ਲਾ ਕੇ ਪ੍ਰੇਮ ਰੂਪੀ ਪਾਣੀ ਪਾ ਕੇ ਖੋਹਣਾ ਭਾਵ ਗਵਾਉਣਾ ਕਰ। ਹੋ ਨਿਮਾਣਾ ਸਤਿਗੁਰੂ ਅੱਗੇ ਮਤ ਕਿਛ ਆਪ ਲਖਾਵਹੇ। ਸੱਚੇ ਗੁਰਾਂ ਦੇ ਅੱਗੇ ਨਿਮਾਣਾ ਮਾਣ ਤੋਂ ਰਹਿਤ ਹੋਣਾ ਕਰ। ਮਤਾਂ ਕੁਝ ਆਪਣੇ ਆਪ ਨੂੰ ਜਣਾਉਣਾ ਕਰ ਕਿ ਮੇਰੇ ਵਿੱਚ ਗਿਆਨ ਧਿਆਨ ਸੇਵਾ ਭਗਤੀ ਦੇ ਗੁਣ ਆ। ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵਹੇ। ਸਾਰਾ ਜਗਤ ਹੀ ਜ ਨਾਮ ਉਤਪਤੀ ਤੇ ਗਤ ਨਾਮ ਨਾਸ਼ ਹੋਣ ਵਾਲਾ ਸੰਸਾਰ ਗੁਣਾ ਦੇ ਹੰਕਾਰ ਕਰਕੇ ਜਲਿਆ ਸੜ ਰਿਹਾ। ਮਤਾਂ ਤੂੰ ਵੀ ਆਪਣੇ ਆਪ ਨੂੰ ਇਸੇ ਤਰ੍ਹਾਂ ਹੀ ਗਵਾ ਲਈ।
ਦੇਹ ਦੀ ਹੰਗਤਾ ਵਿੱਚ ਪੈ ਕੇ ਆਪਣੇ ਸਰੂਪ ਦੇ ਗਿਆਨ ਨੂੰ ਗਵਾ ਨਾ ਲਵੀਂ। ਸਤਿਗੁਰ ਕੈ ਭਾਣੈ ਕਰਹਿ ਕਾਰ, ਸਤਿਗੁਰ ਕੈ ਭਾਣੈ ਲਾਗ ਰਹੋ। ਹੇ ਮਨਾ, ਸੱਚੇ ਗੁਰਾਂ ਦੇ ਭਾਣੈ ਹੁਕਮ ਵਿੱਚ ਭਾਉਣੀ ਵਾਲੀ ਨਿਮਰਤਾ ਸਹਿਤ ਭਾਉ ਭਗਤੀ, ਸ਼ਰਧਾ ਵਾਲੀ ਕਾਰ ਕਿਰਿਆ ਭਾਵ ਸ਼ਰਧਾ ਵਾਲੀ ਕਾਰ ਕਰਕੇ ਹੰਕਾਰ ਨਾ ਕਰੀ। ਚੰਗਿਆਈ ਕਰ ਕੂਏ ਮੇਂ ਡਾਲ। ਇਸੇ ਇੱਕ ਪ੍ਰਕਾਰ ਸੱਚੇ ਗੁਰਾਂ ਦੇ ਭਾਣੇ ਹੁਕਮ ਵਿੱਚ ਲੱਗਾ ਰਹੀ। ਇਉ ਕਹਿ ਨਾਨਕ ਆਪ ਛੱਡ ਸੁਖ ਪਾਵਹਿ, ਮਨ ਨਿਮਾਣਾ ਹੋਏ ਰਹੋ। ਇਸੇ ਪ੍ਰਕਾਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਮਨਾ, ਜੇਕਰ ਤੂੰ ਆਪਾ ਭਾਵ ਛੱਡ ਤਿਆਗ ਦੇ ਨਿਮਾਣਾ ਮਾਣ ਤੋਂ ਰਹਿਤ ਹੋ ਕੇ ਰਹੇਗਾ ਤਾਂ ਆਤਮਿਕ ਸੁਖ ਨੂੰ ਪਾ ਲਵੇਂਗਾ। ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸੋ ਸਹੁ ਚਿਤ ਆਇਆ। ਉਹ ਮਨੁੱਖਾ ਜਨਮ ਦਾ, ਅੰਮ੍ਰਿਤ ਵੇਲੇ ਦਾ, ਸਾਧ ਸੰਗਤ ਦਾ ਵੇਲਾ ਵਕਤ ਸਮਾਂ ਧਨਤਾ ਦੇ ਜੋਗ ਆ, ਜਿਸ ਵੇਲੇ ਮੈਨੂੰ ਸਤਿਗੁਰੂ ਸੱਚੇ ਗੁਰਾਂ ਦਾ ਮਿਲਾਪ ਕਰਕੇ ਉਹ ਤਤ ਪਦ ਦਾ ਲਖਰਤ ਪਤੀ ਪਰਮੇਸ਼ਰ ਚੇਤੇ ਆ ਗਿਆ। ਮਹਾ ਆਨੰਦ ਸਹਿਜ ਪਿਆ, ਮਨ ਤਨ ਸੁਖ ਪਾਇਆ। ਤਦ ਹੀ ਸਰੂਪ ਦੀ ਪ੍ਰਾਪਤੀ ਦਾ ਮਹਾ ਵੱਡਾ ਆਨੰਦ ਭਾਵ ਬ੍ਰਹਮਾਨੰਦ ਤੇ ਆਤਮਿਕ ਗਿਆਨ ਪ੍ਰਾਪਤ ਹੋਇਆ, ਜਿਸ ਕਰਕੇ ਹਿਰਦੇ ਵਿੱਚ ਤੇ ਤਨ ਸਰੀਰ ਵਿੱਚ ਨਿਰੰਤਰ ਹੀ ਆਨੰਦ ਸਰੂਪ ਨੂੰ ਪਾਉਣਾ ਕੀਤਾ ਹੈ। ਸੋ ਸਹੁ ਚਿਤ ਆਇਆ, ਮਨ ਵਸਾਇਆ, ਅਵਗਣ ਸਭ ਵਿਸਾਰੇ। ਜਦੋਂ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਮਨ ਕਹੀਏ ਹਿਰਦੇ ਵਿੱਚ ਵਸਾਇਆ, ਉਦੋਂ ਉਹ ਸਹੁ ਪਤੀ ਪਰਮੇਸ਼ਰ ਚੇਤੇ ਆਇਆ ਅਤੇ ਮੇਰੇ ਜੀਵ ਦੇ ਸਾਰੇ ਜਨਮਾਂ ਜਨਮਾਤਰਾਂ ਦੇ ਔਗਣ ਵਿਸਾਰੇ ਵਿਦਾ ਵਿਸਰਜਨ ਕਰ ਦਿੱਤੇ। ਜਿਹੜੇ ਪਰਮੇਸ਼ਰ ਨੂੰ ਵਿਸਾਰੇ ਭੁਲਾਉਂਦੇ ਹਨ, ਉਹਨਾਂ ਨੂੰ ਸਾਰੇ ਹੀ ਔਗਣ ਆ ਚਿੰਬੜਦੇ ਆ। ਜਾ ਤਿਸ ਭਾਣਾ ਗੁਣ ਪ੍ਰਗਟ ਹੋਏ, ਸਤਿਗੁਰ ਆਪ ਸਵਾਰੇ। ਜਦੋਂ ਉਸ ਵਾਹਿਗੁਰੂ ਨੂੰ ਜੀਵ ਦਾ ਸਾਧਨ ਕੀਤਾ ਹੋਇਆ ਭਾ ਜਾਂਦਾ ਤਾਂ ਸਤ ਸੰਤੋਖ ਦਇਆ ਧਰਮ ਸ਼ੁਭ ਗੁਣ ਹਿਰਦੇ ਅੰਦਰ ਪ੍ਰਗਟ ਪੈਦਾ ਹੋ ਜਾਂਦੇ। ਸਤਿਗੁਰਾਂ ਨੇ ਆਪ ਹੀ ਕਿਰਪਾ ਕਰਕੇ ਦੈਵੀ ਗੁਣਾਂ ਦੀ ਬਹੁਲਤਾ ਕਰਕੇ ਮੇਰੇ ਜੀਵ ਦੇ ਮਨ ਨੂੰ ਸਵਾਰਣਾ ਕੀਤਾ ਹੈ। ਸੇ ਜਨ ਪ੍ਰਵਾਨ ਹੋਏ, ਜਿਨੀ ਇੱਕ ਨਾਮ ਦਿੜਿਆ, ਦੁਤੀਆ ਭਾਵ ਚੁਕਾਇਆ। ਸੇ ਕਹੀਏ ਉਹ ਜਨ ਪੁਰਖ ਸੱਚਖੰਡ ਵਿੱਚ ਪ੍ਰਵਾਨਿਕ ਹੋਏ ਹਨ, ਜਿਨ੍ਹਾਂ ਨੇ ਅਦਵੈਤ ਰੂਪ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਦਿੜਿਆ, ਪੱਕਾ ਵਸਾ ਲਿਆ, ਭਾਵ ਚੰਗੀ ਤਰ੍ਹਾਂ ਦ੍ਰਿੜ ਕਰ ਲਿਆ ਹੈ ਅਤੇ ਅੰਦਰੋਂ ਦੁਤੀਆ ਦਵੈਤ ਭਾਵ ਨੂੰ ਚੁਕਾ ਦਿੱਤਾ। ਇਉ ਕਹਿ ਨਾਨਕ ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸੋ ਸਹੁ ਚਿਤ ਆਇਆ। ਇਸੇ ਪ੍ਰਕਾਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਵੇਲਾ ਵਕਤ ਧਨਤਾ ਦੇ ਯੋਗ ਹੈ, ਜਿਸ ਵੇਲੇ ਮੈਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਮਿਲਾਪ ਹੋਇਆ ਅਤੇ ਉਹ ਸਹੁ ਪਤੀ ਪਰਮੇਸ਼ਰ ਚਿੱਤ ਵਿੱਚ ਚੇਤੇ ਆਇਆ। ਇੱਕ ਜੰਤ ਭਰਮ ਭੁੱਲੇ, ਤਿਨ ਸਹਿ ਆਪ ਭੁਲਾਏ। ਇੱਕ ਜੰਤ ਜੀਵ ਸਰੂਪ ਤੋਂ ਅਗਿਆਨ ਦੇ ਭਰਮ ਭੁਲੇਖੇ ਕਰਕੇ ਭੁੱਲੇ ਫਿਰਦੇ ਹਨ, ਉਹਨਾਂ ਨੂੰ ਆਪ ਸਹਿ ਪਤੀ ਪਰਮੇਸ਼ਰ ਨੇ ਉਹਨਾਂ ਦੀ ਕਰਨੀ ਅਨੁਸਾਰ ਫਲ ਦੇਣ ਲਈ ਭੁਲਾਇਆ ਹੋਇਆ ਹੈ। ਫਿਰ ਪ੍ਰਸ਼ਨ ਹੈ, ਜੀਵ ਆਪ ਭੁੱਲਿਆ ਹੈ ਕਿ ਪਰਮੇਸ਼ਰ ਨੇ ਆਪ ਭੁਲਾਇਆ? ਗੁਰੂ ਉੱਤਰ ਦਿੰਦੇ, ਜੇ ਜੀਵ ਆਪ ਭੁੱਲਿਆ ਤਾਂ ਵੀ ਆਪਣੀ ਕਰਨੀ ਅਨੁਸਾਰ, ਜੇ ਪਰਮੇਸ਼ਰ ਨੇ ਭੁਲਾਇਆ ਤਾਂ ਵੀ ਮੰਦ ਕਰਮਾਂ ਦਾ ਫਲ ਭੁਗਤਾਉਣ ਵਾਸਤੇ ਹੀ ਭੁਲਾਇਆ। ਦੂਜੈ ਭਾਇ ਫਿਰੈ ਹਉਮੈ ਕਰਮ ਕਮਾਏ। ਉਹ ਹਰ ਵਕਤ ਹੀ ਦਵੈਤ ਭਾਵ ਵਿੱਚ ਤੁਰੇ ਫਿਰਦੇ ਹਨ ਅਤੇ ਹੰਗਤਾ ਮਮਤਾ ਸਹਿਤ ਕਰਮਾਂ ਕਾਂਡਾਂ ਨੂੰ ਕਮਾਉਂਦੇ ਆ। ਤਿਨ ਸਹਿ ਆਪ ਭੁਲਾਏ, ਕੁਮਾਰਗ ਪਾਏ, ਤਿਨ ਕਾ ਕਿਛ ਨ ਵਸਾਈ। ਉਹ ਆਪ ਸਹਿ ਪਤੀ ਪਰਮੇਸ਼ਰ ਦੇ ਖੋਟੇ ਰਸਤੇ 'ਤੇ ਪਾ ਕੇ ਸਰੂਪ ਤੋਂ ਭੁਲਾਏ ਹੋਏ ਆ। ਜਿਹੜੇ ਆਪਣੇ ਆਪ ਨੂੰ ਕੁਮਾਰਗ ਖੋਟੇ ਰਸਤੇ 'ਤੇ ਪਾਉਂਦੇ ਆ, ਉਹ ਪਰਮੇਸ਼ਰ ਨੇ ਹੀ ਭੁਲਾਏ ਆ। ਉਹਨਾਂ ਪੁਰਖਾਂ ਦਾ ਕੁਝ ਵੀ ਨਾ ਵਸਾਈ ਵਸ ਨਹੀਂ, ਭਾਵ ਉਹਨਾਂ ਦਾ ਕੋਈ ਵਸ ਨਹੀਂ ਚੱਲਦਾ, ਫਲ ਭੋਗਣਾ ਹੀ ਪੈਂਦਾ। ਤਿਨ ਕੀ ਗਤ ਅਵਗਤ ਤੂੰ ਹੈ ਜਾਣੈ ਹੈ, ਜਿਨ ਇਹ ਰਚਨ ਰਚਾਈ। ਹੇ ਪਰਮੇਸ਼ਰ, ਉਹਨਾਂ ਦੀ ਗਤ ਮੁਕਤੀ ਕਦੋਂ ਕਰੇਗਾ ਤੇ ਕਿਤਨਾ ਚਿਰ ਉਹ ਅਵਗਤ ਬੇਗਤੀ ਵਿੱਚ ਰਹਿਣਗੇ। ਗਤ ਪ੍ਰਾਪਤੀ ਅਵਗਤ ਅਪ੍ਰਾਪਤੀ ਗਤ ਗਿਆਨ ਰਹੇਗਾ ਕਿ ਅਵਗਤ ਔਂਤਰੇ ਹੀ ਜਾਣਗੇ। ਇਹ ਤੁਸੀਂ ਆਪ ਹੀ ਜਾਣਦੇ ਹੋ।
ਇਹ ਤੁਹਾਡੀ ਰਚਨਾ ਨੂੰ ਤੁਸੀਂ ਆਪ ਜਾਣਦੇ, ਜਿਸ ਆਪ ਜੀ ਨੇ ਪੰਜਾਂ ਤੱਤਾਂ ਦੁਆਰਾ ਇਸ ਸ੍ਰਿਸ਼ਟੀ ਦੀ ਰਚਨ ਰਚਾਈ ਭਾਵ ਰਚਾਉਣਾ ਕੀਤੀ ਹੈ। ਹੁਕਮ ਤੇਰਾ ਖਰਾ ਭਾਰਾ, ਗੁਰਮੁਖ ਕਿਸੈ 부ਝਾਏ। ਹੇ ਪਰਮੇਸ਼ਰ, ਤੁਹਾਡਾ ਹੁਕਮ ਮੰਨਣਾ ਖਰਾ ਭਾਰਾ, ਬਹੁਤਾ ਵਜਨਦਾਇਕ ਭਾਵ ਔਖਾ ਹੈ। ਕਿਸੇ ਵਿਰਲੇ ਗੁਰਮੁਖ ਨੂੰ ਹੀ ਬੁਝਾਏ ਸਮਝਾਉਣਾ ਕੀਤਾ ਹੈ, ਜਿਨ੍ਹਾਂ ਨੇ ਆਪਾ ਭਾਵ ਛੱਡ ਕੇ ਗੁਰਮਤਿ ਨੂੰ ਧਾਰਿਆ ਹੈ। ਇਉ ਕਹੈ ਨਾਨਕ ਕਿਆ ਜੰਤ ਵਿਚਾਰੇ, ਜਾ ਤੁਧ ਭਰਮ ਭੁਲਾਏ। ਇਉਂ ਕਹੀਏ, ਇਸ ਪ੍ਰਕਾਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਜੀਵ ਵਿਚਾਰੇ ਕੀ ਕਰ ਸਕਦੇ ਆ, ਜਦੋਂ ਤੁਸੀਂ ਆਪ ਹੀ ਕਰਮਾਂ ਦਾ ਫਲ ਭੁਗਤਾਉਣ ਵਾਸਤੇ ਭਰਮ ਵਿੱਚ ਭੁਲਾ ਦਿੱਤੇ ਆ। ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ। ਹੇ ਮੇਰੇ ਸੱਚੇ ਸਾਹਿਬਾ ਮਾਲਕਾ, ਮਾਇਆ ਬਿਰਤੀ ਦੁਆਰਾ ਸਾਰਿਆਂ ਦੇ ਸਾਹਿਬਾ ਮਾਲਕਾ, ਤੁਹਾਡੀ ਸੱਚੀ ਵਡਿਆਈ ਮਹਿਮਾ ਹੈ। ਤੂੰ ਪਾਰ ਬ੍ਰਹਮ ਬੇਅੰਤ ਸੁਆਮੀ, ਤੇਰੀ ਕੁਦਰਤ ਕਹਿਣ ਨ ਜਾਈ। ਹੇ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਬੇਅੰਤ ਅੰਤ ਤੋਂ ਰਹਿਤ ਸੁਆਮੀ ਮਾਲਕ ਪਰਮੇਸ਼ਰ ਵਾਹਿਗੁਰੂ, ਕਿਸੇ ਪਾਸੋਂ ਤੁਹਾਡੀ ਕੁਦਰਤ ਸ਼ਕਤੀ ਕਹੀ ਨਹੀਂ ਜਾਂਦੀ, ਕਥਨ ਨਹੀਂ, ਬਿਆਨ ਨਹੀਂ ਕੀਤੀ ਜਾ ਸਕਦੀ। ਸੱਚੀ ਤੇਰੀ ਵਡਿਆਈ, ਜਾ ਕੋ ਤੁਧ ਮਨ ਵਸਾਈ, ਸਦਾ ਤੇਰੇ ਗੁਣ ਗਾਵਹੇ। ਹੇ ਪਰਮੇਸ਼ਰ, ਤੁਹਾਡੀ ਸੱਚੀ ਵਡਿਆਈ ਸੋਭਾ ਜਿਨ੍ਹਾਂ ਦੇ ਤਾਈਂ ਤੁਸੀਂ ਮਨ ਹਿਰਦੇ ਵਿੱਚ ਵਸਾ ਦਿੱਤੀ ਹੈ, ਹਮੇਸ਼ਾ ਤੇਰੇ ਸ਼ੁਭ ਗੁਣਾਂ ਨੂੰ ਗਾਉਂਦੇ ਆ। ਤੇਰੇ ਗੁਣ ਗਾਵਹਿ ਜਾ ਤੁਧ ਭਾਵਹਿ, ਸੱਚੇ ਸਿਉ ਚਿਤ ਲਾਵਹਿ। ਹੇ ਪਰਮੇਸ਼ਰ, ਜਦੋਂ ਤੁਹਾਨੂੰ ਭਾ ਜਾਵੇ ਉਦੋਂ ਇਹ ਜੀਵ ਤੁਹਾਡੇ ਸ਼ੁਭ ਗੁਣਾਂ ਨੂੰ ਸਤ ਸੰਗਤ ਦੁਆਰਾ ਗਾਉਂਦੇ ਆ ਅਤੇ ਸੱਚੇ ਨਾਮ ਨਾਲ ਚਿੱਤ ਹਿਰਦੇ ਨੂੰ ਲਾਉਂਦੇ ਆ। ਜਿਸਨੋ ਤੂੰ ਆਪੇ ਮੇਲਹਿ, ਸੋ ਗੁਰਮੁਖ ਰਹਿ ਸਮਾਈ। ਹੇ ਪਰਮੇਸ਼ਰ, ਜਿਨ੍ਹਾਂ ਨੂੰ ਤੁਸੀਂ ਆਪ ਗੁਰਾਂ ਦੁਆਰਾ ਮੇਲਦੇ ਹੋ, ਉਹ ਗੁਰਮੁਖ ਤੇਰੇ ਸਰੂਪ ਵਿੱਚ ਸਮਾਏ ਰਹਿੰਦੇ, ਅਭੇਦ ਹੋਏ ਰਹਿੰਦੇ ਆ। ਇਉ ਕਹੈ ਨਾਨਕ ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ। ਇਸ ਪ੍ਰਕਾਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਮੇਰੇ ਸੱਚੇ ਸਾਹਿਬਾ ਮਾਲਕਾ, ਇਹ ਤੁਹਾਡੀ ਸੱਚੀ ਵਡਿਆਈ ਸ਼ੋਭਾ ਹੈ ਕਿ ਗੁਰਮੁਖ ਜਨਾਂ ਨੂੰ ਆਪਣੇ ਵਿੱਚ ਅਭੇਦ ਕਰ ਲੈਂਦੇ ਹੋ। ਸੋ ਇੱਥੋਂ ਤੱਕ ਜੋ ਅੰਕਾਂ ਦਾ ਵੇਰਵਾ ਹੈ, ਇਸ ਛੰਤ ਦੇ 10 ਬੰਦ ਸਨ। ਗੁਰੂ ਅਮਰਦਾਸ ਸਾਹਿਬ ਜੀ ਦੇ 2 ਛੰਤ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 5 ਛੰਤ, 2, 5, 7 ਕੁੱਲ ਜੋੜ ਹੈ ਅਤੇ ਦੂਸਰੀ ਵਾਰ ਉਹੀ ਜੋੜ ਹੈ। ਮਹੱਲਾ ਪਹਿਲਾ, 5ਵਾਂ ਛੰਤ ਮਹੱਲਾ ਤੀਜਾ 2, ਕੁੱਲ ਜੋੜ 5, 2, 7 ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।